ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੁਰੋਹਿਤ ਦੇ ਸਰਹੱਦੀ ਦੌਰੇ ਅਤੇ ਐਨਆਈਏ ਦੇ ਛਾਪਿਆਂ ਬਾਰੇ। ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੋ ਕਿ ਲੰਘੇ ਦਿਨੀ ਪੰਜਾਬ ਦੇ ਬਾਰਡਰ ਏਰੀਏ ਕਹਿ ਲਈਏ, ਸਰਹੱਦੀ ਖੇਤਰ ਦੇ ਜ਼ਿਲ੍ਹੇ ਚਾਹੇ ਗੁਰਦਾਸਪੁਰ ਹੋਵੇ, ਪਠਾਨਕੋਟ ਹੋਵੇ ਜਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਦੌਰੇ 'ਤੇ ਗਏ ਨੇ। ਉਹਨਾਂ ਨੇ ਉੱਥੇ ਦੌਰਾ ਕੀਤਾ ਹੈ ਤੇ ਦੌਰੇ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ, ਸਰਹੱਦੀ ਖੇਤਰ 'ਚ ਨਸ਼ਿਆਂ ਦੀ ਸਪਲਾਈ ਨੂੰ ਲੈ ਕੇ, ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਕਈ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ। ਉਹ ਬੋਲੇ ਨੇ, ਅਸੀਂ ਜਾਣਨਾ ਚਾਹਾਂਗੇ ਰਾਜਪਾਲ ਪਹਿਲਾਂ ਤਾਂ ਕੀ ਬੋਲੇ ਨੇ ਤੇ ਉਹਨਾਂ ਦੀ ਇਹਨਾਂ ਟਿੱਪਣੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸੂਬੇ ਦੇ ਰਾਜਪਾਲ ਵੱਲੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਵਾਕਈ ਲੋਕਾਂ ਦਾ ਧਿਆਨ ਖਿੱਚਦੀਆਂ ਨੇ, ਸਿਆਸਤ ਦਾ ਧਿਆਨ ਖਿੱਚਦੀਆਂ ਨੇ, ਪ੍ਰਸ਼ਾਸਕਾਂ ਦਾ ਜਿਹੜਾ ਧਿਆਨ ਖਿੱਚਦੀਆਂ ਨੇਗੀਆਂ। ਉਹਦਾ ਕਾਰਨ ਇਹ ਵੀ ਆਮ ਤੌਰ 'ਤੇ ਜਿਹੜੇ ਸੂਬਿਆਂ ਦੇ ਰਾਜਪਾਲ ਹੁੰਦੇ ਨੇ ਉਹ ਜਿਹੜੇ ਦੇਖਿਆ ਵੀ ਉਹ ਐਡਮਿਨਿਸਟ੍ਰੇਟਿਵ ਕੰਮਾਂ ਤੱਕ ਜਿਹੜਾ ਉਹਨਾਂ ਤੱਕ ਜਾਂਦਾ ਹੈ, ਚਾਹੇ ਉਹ ਕਿਸੇ ਕਾਨੂੰਨ 'ਤੇ ਸਾਈਨ ਕਰਨ ਦਾ ਹੋਵੇ ਜਾਂ ਕੋਈ ਕਨਸਟੀਟਿਊਸ਼ਨਲ ਹੋਰ ਕੋਈ ਕੰਮ ਕਾਰ ਹੋਵੇ, ਉੱਥੋਂ ਤੱਕ ਸੀਮਿਤ ਰਹਿੰਦੇ ਨੇ। ਜਿਹੜੇ ਸਾਡੇ ਪੁਰੋਹਿਤ ਜੀ ਨੇਗੇ, ਇਹ ਪਹਿਲਾਂ ਵੀ ਜਿਹੜਾ ਪੰਜਾਬ ਦੇ ਸਰਹੱਦੀ ਸੂਬਿਆਂ ਦਾ ਦੌਰਾ ਕਰ ਚੁੱਕੇ ਨੇ। ਹੁਣ ਫੇਰ ਇਹਨਾਂ ਨੇ ਜਿਹੜਾ ਪੰਜਾਬ ਦੇ ਸਰਹੱਦੀ ਆਪਣੇ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਜਿਹੜਾ ਪ੍ਰੋਗਰਾਮ ਉਹ ਲਿਖਿਆ ਸੀ। ਜਿਹੜੀ ਕੱਲ੍ਹ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਕਹੀਆਂ ਉਹ ਵਾਕਿਆ ਹੀ ਧਿਆਨ ਖਿੱਚਦੀਆਂ ਨੇ ਤੇ ਸਰਕਾਰ ਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਸਟੇਟਮੈਂਟ ਗਵਰਨਰ ਵੱਲੋਂ ਦਿੱਤੀ ਗਈ ਹੈ ਵੀ ਮਾਈਨਿੰਗ ਦੇ ਮਸਲੇ 'ਚ ਇੱਕ ਤਾਂ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ, ਦੂਸਰਾ ਨਸ਼ਿਆਂ ਬਾਰੇ ਵੀ ਪਾਕਿਸਤਾਨ ਹਿੰਦੁਸਤਾਨ ਨਾਲ ਵੈਸੇ ਤਾਂ ਲੜਾਈ ਲੜ ਨਹੀਂ ਸਕਦਾ ਅਤੇ ਉਹ ਨਸ਼ਿਆਂ ਰਾਹੀਂ ਜਿਹੜਾ ਉਹ ਸਾਡੀ ਜਵਾਨੀ ਨੂੰ ਤਬਾਹ ਕਰਨ ਦੀ ਜਿਹੜੀ ਹੈ ਉਹ ਲੜਾਈ ਲੜ ਰਿਹਾ। ਇਹ ਵਾਕਈ ਧਿਆਨ ਖਿੱਚਦੀ ਹੈ। ਇਹਦਾ ਮਤਲਬ ਇਹ ਹੈ ਵੀ ਸਰਕਾਰ ਇਹਨਾਂ ਇਸ਼ੂਜ਼ 'ਤੇ ਕੰਮ ਨਹੀਂ ਕਰ ਰਹੀ, ਉਹ ਇੱਕ ਤਰ੍ਹਾਂ ਨਾਲ ਪੁਆਇੰਟ ਆਊਟ ਕਰ ਰਹੇ ਨੇਗੇ ਇਨਡਾਇਰੈਕਟਲੀ, ਜੇ ਅਸੀਂ ਦੇਖਿਆ ਜਾਵੇ। ਕਿਉਂਕਿ ਪੰਜਾਬ ਦੇ ਵਿੱਚ ਇਹ ਦੋਨੇ ਬਹੁਤ ਵੱਡੇ ਮੁੱਦੇ ਨੇਗੇ। ਨਸ਼ਿਆਂ ਦਾ ਮੁੱਦਾ ਅੱਜ ਦਾ ਨਹੀਂ, ਪਿਛਲੇ 10-15 ਸਾਲ ਤੋਂ ਪੰਜਾਬ ਦੇ ਵਿੱਚ ਇਹ ਬਹੁਤ ਭਖਵਾਂ ਮੁੱਦਾ ਹੈ ਅਤੇ ਕਈ ਸਿਆਸੀ ਪਾਰਟੀਆਂ ਦੀ, ਕਈ ਸਿਆਸੀ ਆਗੂਆਂ ਦੀ ਜਿਹੜੀ ਹੈ ਇਸ ਨੇ ਬਲੀ ਲੈ ਲਈ, ਅਸੀਂ ਇਹ ਕਹਿ ਸਕਦੇ ਹਾਂ ਕਿ ਇਸੇ ਤਰ੍ਹਾਂ ਮਾਈਨਿੰਗ ਦਾ ਮੁੱਦਾ ਹੈ। ਅਕਾਲੀ ਦਲ ਅਤੇ ਕਾਂਗਰਸ 'ਤੇ ਅਜਿਹੇ ਦੋਸ਼ ਲੱਗੇ ਨੇ ਕਿ ਉਹ ਅਜੇ ਤੱਕ ਆਪਦੇ ਜਿਹੜੇ ਇਹ ਮਾਈਨਿੰਗ ਦੇ ਧੱਬੇ ਨੇ ਉਹ ਧੋਣ 'ਚ ਕਾਮਯਾਬ ਨਹੀਂ ਹੋ ਸਕੇ। ਇਸ ਲਈ ਪਿਛਲੇ ਦਿਨਾਂ 'ਚ ਆਪਾਂ ਇਹ ਵੀ ਦੇਖਿਆ ਹੈਗਾ ਵੀ ਹਾਈ ਕੋਰਟ ਦੇ ਵਿੱਚ ਕਿਸ ਤਰ੍ਹਾਂ BSF ਅਤੇ ਭਾਰਤੀ ਫੌਜ ਵੱਲੋਂ ਜਿਹੜੀਆਂ ਰਿਪੋਰਟਾਂ ਦਿੱਤੀਆਂ ਗਈਆਂ ਵੀ ਜਿਹੜਾ ਹੈ ਸਰਹੱਦੀ ਏਰੀਏ ਦੇ ਵਿੱਚ ਮਾਈਨਿੰਗ ਕਿਸ ਤਰ੍ਹਾਂ ਚੱਲਦੀ ਹੈ ਅਤੇ ਕਿਸ ਤਰ੍ਹਾਂ ਦੀ ਉੱਥੇ ਐਕਟੀਵਿਟੀ ਚੱਲਦੀ ਹੈ, ਕਿਸ ਤਰ੍ਹਾਂ ਫੌਜਾਂ ਨੂੰ ਜਾਂ ਬਾਰਡਰ ਸਿਕਿਉਰਿਟੀ ਫੋਰਸਿਸ ਨੂੰ ਉੱਥੇ ਦਿੱਕਤਾਂ ਪੇਸ਼ ਆ ਰਹੀਆਂ ਨੇਗੀਆਂ। ਇਹਦਾ ਮਤਲਬ ਇਹ ਹੈ ਵੀ ਗਵਰਨਰ ਜੇ ਉਹ ਬੋਲਦੇ ਨੇ ਤਾਂ ਉਹ ਭਾਰਤ ਸਰਕਾਰ ਨੂੰ ਆਪਣੀਆਂ ਰਿਪੋਰਟਾਂ ਵੀ ਭੇਜਦੇ ਨੇ ਇਸ ਇਸ਼ੂ 'ਤੇ। ਈਵਨ ਕਿ ਇੱਥੋਂ ਤੱਕ ਕਿ ਪਿੱਛੇ ਜੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਏ ਸੀ, ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਇੱਕ ਅਫਸਰ ਨਾਲ ਗੱਲ ਕਰਦੇ ਆ ਬੁਲਾ ਕੇ ਸੂਬੇ ਦੇ ਕਿਸੇ ਮੁੱਦੇ 'ਤੇ, ਤਾਂ ਅਗਲੀ ਵਾਰੀ ਨੂੰ ਉਹ ਅਫਸਰ ਬਦਲਿਆ ਹੁੰਦਾ। ਉਹਨਾਂ ਦਾ ਇਸ਼ਾਰਾ ਇਹ ਸੀ ਵੀ DGP ਬਦਲ ਜਾਂਦਾ ਹੈ, ਕਦੇ ਚੀਫ ਸੈਕਟਰੀ ਬਦਲ ਜਾਂਦਾ ਹੈ, ਕਦੇ ਹੋਰ ਆਲਾ ਅਫਸਰ ਜਿਹੜੇ ਆ ਉਹ ਬਦਲ ਦਿੱਤੇ ਜਾਂਦੇ ਨੇ ਵੀ ਇੱਕ ਸਟੇਬਿਲਿਟੀ ਜਿਹੜੀ ਹੈ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਦਿਖਾਈ ਨਹੀਂ ਦਿੰਦੀ, ਤਾਂ ਜੋ ਕੋਈ ਧਿਆਨ ਕੇਂਦਰਿਤ ਕਰਕੇ ਮੁੱਦਿਆਂ 'ਤੇ ਇਹਨਾਂ ਮਸਲਿਆਂ ਦਾ ਹੱਲ ਲੱਭੇ। ਇਸ ਲਈ ਜਿਹੜਾ ਸਾਡੀ ਸਰਕਾਰ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਸਿੰਘ ਮਾਨ ਦੀ ਸਰਕਾਰ ਹੈ, ਉਹਨੂੰ ਇਹਨਾਂ ਮੁੱਦਿਆਂ 'ਤੇ ਸੀਰੀਅਸ ਹੋਣਾ ਚਾਹੀਦਾ ਹੈਗਾ। ਕਿਉਂਕਿ ਜੇ ਗਵਰਨਰ ਪੰਜਾਬ ਦਾ ਦੌਰਾ ਕਰਦੇ ਨੇ, ਉੱਥੇ ਮੀਡੀਆ ਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿੱਥੇ ਪਹਿਲਾਂ ਦੀਆਂ ਸਰਕਾਰਾਂ ਦੀ ਬਦਨਾਮੀ ਹੋ ਚੁੱਕੀ ਹੈ, ਤਾਂ ਇਹ ਇੱਕ ਮੈਸੇਜ ਆ ਰਿਹਾ ਵੀ ਜਿਹੜੀ ਮੌਜੂਦਾ ਗੌਰਮੈਂਟ ਹੈ ਇਹਨਾਂ ਮੁੱਦਿਆਂ 'ਤੇ ਉਹ ਵੀ ਕੁਛ ਕਰ ਨਹੀਂ ਰਹੀ ਜਾਂ ਕਰਨ ਤੋਂ ਅਸਮਰੱਥ ਹੈ ਜਾਂ ਕਿਸੇ ਤਰ੍ਹਾਂ ਦੀ ਮਿਲੀ ਭੁਗਤ ਹੈ। ਇਹ ਮੈਸੇਜ ਜਿਹੜਾ ਇਸ ਤਰ੍ਹਾਂ ਦਾ ਜਾਣਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਗਵਰਨਰ ਸਾਹਿਬ ਜਿਹੜੇ ਆ ਲਗਾਤਾਰ ਜਾ ਰਹੇ ਨੇਗੇ, ਉਹ ਆਪਣਾ ਮੈਸੇਜ ਉਹ ਤਾਂ ਦੇ ਹੀ ਰਹੇ ਨੇਗੇ। ਜੀ ਦਵਿੰਦਰ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਹੈ ਅਤੇ ਪਿਛੋਕੜ 'ਤੇ ਵੀ ਆਪਾਂ ਨਜ਼ਰ ਮਾਰੀਏ ਤਾਂ ਅੱਜ ਤੱਕ ਕੋਈ ਵੀ ਰਾਜਪਾਲ ਪੰਜਾਬ ਦਾ ਜਿਹੜਾ ਹੈਗਾ ਇਸ ਤਰ੍ਹਾਂ ਦੌਰਿਆਂ 'ਤੇ ਨਹੀਂ ਨਿਕਲਿਆ। ਉਹ ਜਾਂ ਤਾਂ ਦਫ਼ਤਰੀ ਕੰਮਾਂ ਤੱਕ ਹੀ ਸੀਮਿਤ ਰਹਿੰਦੇ ਨੇ ਜਾਂ ਕੋਈ ਨਾ ਕੋਈ ਹੋਰ ਜਿਹੜਾ ਪ੍ਰਸ਼ਾਸਕੀ ਜਾਂ ਹੋਰ ਕੰਮਾਂ ਤੱਕ ਜਿਹੜਾ ਹੈਗਾ ਰਹਿ ਜਾਂਦੇ ਨੇ, ਪਰ ਕਦੀ ਵੀ ਉਹ ਜ਼ਮੀਨੀ ਪੱਧਰ 'ਤੇ ਇਸ ਤਰ੍ਹਾਂ ਦੌਰੇ ਨਹੀਂ ਕਰਦੇ। ਪਹਿਲੀ ਵਾਰ ਦੇਖਣ 'ਚ ਆਇਆ ਵੀ ਕਿ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜਿਹੜਾ ਹੈਗਾ ਸਰਹੱਦੀ ਖੇਤਰ ਦੇ ਦੌਰੇ ਕਰ ਰਹੇ ਨੇ। ਇਹਨਾਂ ਦੌਰਿਆਂ ਨੂੰ ਤੁਸੀਂ ਕਿਵੇਂ ਦੇਖੋਗੇ? ਨਹੀਂ, ਵਾਕਈ ਦੇਖੋ, ਜਿਹੜੇ ਇਸ ਤੋਂ ਪਹਿਲਾਂ ਵਾਲੇ ਗਵਰਨਰ ਕਦੇ ਦੇਖੋ ਜਦੋਂ ਤੱਕ ਗਵਰਨਰੀ ਰਾਜ ਸੀ ਉਦੋਂ ਤੱਕ ਗਵਰਨਰੀ ਰਾਜ ਸੀ, ਗਵਰਨਰ ਦਾ ਰੂਲ ਸੀ, ਉਹ ਕਿਤੇ ਵੀ ਜਾਂਦੇ ਸੀ ਤਾਂ ਉਹ ਆਲ ਇਨ ਆਲ ਸੀ ਸਟੇਟ ਦੇ। ਜਦੋਂ ਤੋਂ ਚੁਣੀ ਹੋਈ ਸਰਕਾਰ ਦਾ ਦੌਰ ਜਿਹੜਾ ਪੰਜਾਬ ਦੇ ਵਿੱਚ ਆਇਆ, ਉਦੋਂ ਗਵਰਨਰ ਬਹੁਤ ਰੇਅਰ
ਤੋਂ ਰੇਅਰ ਓਕੇਜ਼ਨ ਹੁੰਦਾ ਹੈ, ਕੋਈ ਗਵਰਨਮੈਂਟ ਫੰਕਸ਼ਨ 'ਤੇ ਚਲੇ ਗਏ ਜਾਂ ਕਿਸੇ ਯੂਨੀਵਰਸਿਟੀ ਕਾਲਜ ਦੇ ਫੰਕਸ਼ਨ 'ਤੇ ਚਲੇ ਗਏ, ਕੋਈ ਇਸ ਤਰ੍ਹਾਂ ਦੇ ਫੰਕਸ਼ਨ 'ਤੇ ਜਾਣਾ, ਚੀਫ ਗੈਸਟ ਬਣ ਕੇ ਤਾਂ ਜਾਂਦੇ ਰਹੇ ਨੇ। ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਦੇ ਵਿੱਚ ਕੋਈ ਗਵਰਨਰ ਇੱਦਾਂ ਦੇ ਭੂਮਿਕਾ ਨਿਭਾਉਂਦੇ ਨਹੀਂ ਦੇਖੇ ਗਏ। ਹਾਲਾਂਕਿ ਅਸੀਂ ਇਹ ਦੇਖਦੇ ਹਾਂ ਨਾਲੋਂ ਨਾਲ ਪਿਛਲੇ ਦੌਰ ਦੇ ਵਿੱਚ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਜਗਦੀਪ ਧਨਖੜ ਜਿਹੜੇ ਉੱਥੇ ਗਵਰਨਰ ਸੀਗੇ, ਅੱਜ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਉੱਥੋਂ ਦੀ ਸਰਕਾਰ ਤੇ ਮੁੱਖ ਮੰਤਰੀ ਜਿਹੜੇ ਮਮਤਾ ਬੈਨਰਜੀ ਉਹਨਾਂ ਨਾਲ ਟਕਰਾ ਰਿਹਾ। ਇਸੇ ਤਰ੍ਹਾਂ ਕੇਰਲਾ ਦੇ ਵਿੱਚ ਟਕਰਾ ਰਿਹਾ। ਅਤੇ ਜਿਹੜਾ ਇਹ ਟਕਰਾਅ ਜਿਹੜਾ ਗਵਰਨਰਾਂ ਦਾ ਅਤੇ ਸਰਕਾਰਾਂ ਦਾ ਅਕਸਰ ਅਸੀਂ ਦੇਖਣ ਨੂੰ ਜਿਹੜਾ ਉਹ ਮਿਲਦਾ ਹੈਗਾ। ਇਹ ਦੋ ਉਦਾਹਰਨਾਂ ਜਿਹੜੀਆਂ ਸਾਡੇ ਸਾਹਮਣੇ ਨੇਗੀਆਂ। ਇਸ ਲਈ ਪੰਜਾਬ ਨੂੰ ਇਸ ਟਕਰਾਅ ਤੋਂ ਬਚਣਾ ਚਾਹੀਦਾ ਹੈਗਾ ਅਤੇ ਇਹੋ ਜਿਹਾ ਟਕਰਾਅ ਘੱਟੋ ਘੱਟ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜੀ ਦਵਿੰਦਰ ਜੀ, ਇਹਦੇ ਨਾਲ ਹੀ ਇੱਕ ਵੱਡਾ ਜੁੜਿਆ ਹੋਇਆ ਮੁੱਦਾ ਹੈ ਪੰਜਾਬ ਨਾਲ ਗੈਂਗਸਟਰਾਂ ਦਾ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਗੈਂਗਸਟਰਵਾਦ ਦੀ ਘਟਨਾਵਾਂ ਜਿਹੜੀ ਹੈਗੀ ਲਗਾਤਾਰ ਵੱਧਦੀਆਂ ਜਾ ਰਹੀਆਂ। ਪੰਜਾਬ ਪੁਲਿਸ ਹੋਵੇ ਚਾਹੇ ਕੇਂਦਰੀ ਸੁਰੱਖਿਆ ਬਲ ਹੋਵੇ, ਉਹ ਸਾਰੇ ਹੀ ਜਿਹੜਾ ਹੈਗਾ ਇਹਨਾਂ ਨੂੰ ਕਾਬੂ ਕਰਨ 'ਚ ਕਾਮਯਾਬ ਨਹੀਂ ਹੋ ਪਾ ਰਹੇ। ਪਰ ਲੰਘੇ ਦਿਨ ਜਿਹੜਾ NIA ਵੱਲੋਂ ਗੈਂਗਸਟਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ, ਇਹ ਛਾਪੇਮਾਰੀ ਨੂੰ ਕਿਵੇਂ ਦੇਖੋਗੇ? ਦੇਖੋ, ਜਿਸ ਤਰ੍ਹਾਂ ਪਿਛਲੇ ਦੌਰ ਦੇ ਵਿੱਚ ਪੁਲਿਸ ਆਫੀਸਰਸ ਵੱਲੋਂ ਖੁਲਾਸੇ ਕੀਤੇ ਗਏ ਸੀ ਵੀ ਸਮਗਲਰ, ਜੀ ਟੈਰਰਿਸਟ ਅਤੇ ਗੈਂਗਸਟਰ, ਇਹਨਾਂ ਤਿੰਨਾਂ ਦਾ ਗੱਠਜੋੜ ਹੋ ਗਿਆ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਵੀ ਜਿਹੜਾ ਮੋਹਾਲੀ ਇੰਟੈਲੀਜੈਂਸ ਵਿੰਗ ਦੇ ਬਿਲਡਿੰਗ 'ਤੇ ਜਿਹੜਾ ਅਟੈਕ ਹੋਇਆ ਸੀ, ਬੰਬ ਅਟੈਕ ਹੋਇਆ ਸੀ, ਉਹ ਵੀ ਇਹ ਤਿੰਨਾਂ ਦਾ ਸਿੱਟਾ ਹੈਗਾ। ਉਸ ਤੋਂ ਬਿਨਾਂ ਜਿਹੜੀ ਜਿੰਨਾ ਵੀ ਹੁਣ ਪਿਛਲੇ ਦੌਰ ਦੇ ਵਿੱਚ ਅਸੀਂ ਦੇਖਿਆ ਵੀ ਸਰਹੱਦ ਪਾਰ ਤੋਂ ਕਈ ਤਰ੍ਹਾਂ ਦੀ ਜਿਹੜੀ ਖੇਪ ਜਿਹੜੀ ਨਸ਼ਿਆਂ ਦੀ ਆਈ ਹੈ, ਉਹਦੇ ਨਾਲ ਹਥਿਆਰ ਵੀ ਆਏ ਨੇ। ਜੀ ਉੱਥੋਂ ਪੁਲਿਸ ਇਹ ਦਾਅਵਾ ਕਰਦੀ ਵੀ ਇਹ ਤਿੰਨੋਂ ਜਿਹੜੇ ਇਕੱਠੇ ਹੋਏ ਆ, ਇਹ ਡੇਂਜਰਸ ਹੈ ਆਉਣ ਵਾਲੇ ਦੌਰ ਦੇ ਵਿੱਚ, ਕਿਉਂਕਿ ਨਸ਼ਿਆਂ ਦਾ ਚੱਲਣ ਜਿਹੜਾ ਉਹ ਇੰਟਰਨੈਸ਼ਨਲ ਹੈ। ਅੱਤਵਾਦ ਦਾ ਵਰਤਾਰਾ ਵੀ ਅੱਜ ਕੱਲ੍ਹ ਇੰਟਰਨੈਸ਼ਨਲ ਹੈ। ਜਦੋਂ ਅਸੀਂ ਅੱਜ ਕੱਲ੍ਹ ਗੈਂਗਸਟਰਸ ਨੂੰ ਦੇਖਦੇ ਹਾਂ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ, ਉਹਦੇ ਵਿੱਚ 35-36 ਬੰਦੇ ਇਨਵੋਲਵ ਨੇ, ਵਿਦੇਸ਼ੀ ਧਰਤੀ 'ਤੇ ਬੈਠੇ ਬੰਦੇ ਵੀ ਇਨਵੋਲਵ ਨੇ, ਜੇਲ੍ਹਾਂ 'ਚ ਬੈਠੇ ਬੰਦੇ ਵੀ ਇਨਵੋਲਵ ਨੇ, ਜੇਲ੍ਹਾਂ ਤੋਂ ਬਾਹਰਲੇ ਬੰਦੇ ਵੀ ਇਨਵੋਲਵ ਨੇ। ਕਿਸ ਤਰ੍ਹਾਂ ਦਾ ਇਹ ਨੈਟਵਰਕ ਹੈ ਵੀ ਜਿਹੜਾ ਜੇਲ੍ਹ 'ਚੋਂ ਵੀ ਚੱਲਦਾ ਹੈ, ਕੈਨੇਡਾ ਤੋਂ ਵੀ ਚੱਲਦਾ ਹੈ, ਅਤੇ ਬਾਹਰ ਤਾਂ ਚਲੋ ਜਿਹੜੇ ਬੰਦੇ ਬਾਹਰ ਫਿਰਦੇ ਨੇ ਉਹ ਚੱਲਦਾ ਹੈ। ਕਿੰਨਾ ਜਿਹੜਾ ਇਹ ਨੈਟਵਰਕ ਜਿਹੜਾ ਹੈ, ਇਹ ਗੱਠਜੋੜ ਅਸੀਂ ਕਹਿ ਲਈਏ, ਇਹ ਗੂੜਾ ਹੋ ਚੁੱਕਾ ਹੈਗਾ। ਅਤੇ NIA ਵੱਲੋਂ ਛਾਪੇ ਨੇ ਜਿਹੜੇ ਇਸੇ ਸੰਦਰਭ 'ਚ ਜਿਹੜੇ ਮਾਰੇ ਗਏ ਨੇ, ਪਰ ਉਹਨੇ ਕੀਤਾ ਕੀ, ਅੱਗੇ ਕੀ ਕਰਨਾ ਹੈ, ਉਹਦਾ ਤਾਂ ਅਜੇ ਤੱਕ ਖੁਲਾਸਾ ਨਹੀਂ ਹੋਇਆ। ਪਰ ਅੱਜ ਕੱਲ੍ਹ ਜਿਵੇਂ ਹਾਲਾਤ ਬਣੇ ਹੋਏ ਨੇ, ਬਹੁਤ ਡੇਂਜਰਸ ਹੈ। ਅਤੇ NIA ਇਸ ਤੋਂ ਅੱਗੇ ਕੀ ਕਰਦੀ ਹੈ, ਉਹਦੇ ਬਾਰੇ ਹਜੇ ਕੋਈ ਇਹਨਾਂ ਦੇ ਆਫੀਸਰਸ ਵੱਲੋਂ ਜਾਂ ਕੁਛ ਹੋਰ ਅਜੇ ਪ੍ਰਗਟਾਵਾ ਨਹੀਂ ਕੀਤਾ ਗਿਆ। ਹਜੇ ਸਿਰਫ ਛਾਪੇਮਾਰੀ ਤੱਕ ਸੀਮਿਤ ਹੈ। ਜਿਵੇਂ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ, ਅਤੇ ਜ਼ਿਆਦਾਤਰ ਗੈਂਗਸਟਰਸ ਦੇ ਘਰਾਂ ਦੇ ਵਿੱਚ ਹੀ ਛਾਪੇਮਾਰੀ ਕੀਤੀ। ਉੱਥੋਂ ਕੀ ਮਿਲਿਆ, ਉੱਥੋਂ ਕਿਸ ਤਰ੍ਹਾਂ ਦੇ ਸਬੂਤ ਜੁਟਾਏ ਨੇ, ਕੀ ਹੈ, ਇਹ ਅਜੇ ਖੁਲਾਸਾ ਨਹੀਂ ਉਹਨਾਂ ਨੇ ਕੀਤਾ। ਜੀ ਦਵਿੰਦਰ ਜੀ, ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਕਿ NIA ਵੱਲੋਂ ਛਾਪੇਮਾਰੀ ਤਾਂ ਕੀਤੀ ਗਈ ਹੈ, ਕੀ ਇਸ ਛਾਪੇਮਾਰੀ ਦੇ ਕੋਈ ਸਾਰਥਕ ਨਤੀਜੇ ਨਿਕਲ ਸਕਣਗੇ ਕਿ ਇਹ ਛਾਪੇਮਾਰੀ ਵੀ ਜਿਹੜਾ ਅਖਬਾਰਾਂ ਦੀ ਸੁਰਖੀਆਂ ਬਣ ਕੇ ਰਹਿ ਜਾਣਗੀ? ਹਾਂ, ਅੱਜ ਕੱਲ੍ਹ ਅਸੀਂ ਛਾਪੇਮਾਰੀ ਦੇ ਦੌਰ 'ਚੋਂ ਲੰਘ ਰਹੇ ਹਾਂ। ਰੋਜ਼ ਅਸੀਂ ਖਬਰਾਂ ਪੜ੍ਹਦੇ ਹਾਂ ਵੀ CBI ਦੇ ਛਾਪੇ, ED ਦੇ ਛਾਪੇ, ਇਨਕਮ ਟੈਕਸ ਦੇ ਛਾਪੇ, ਹੁਣ ਕੱਲ੍ਹ ਪਏ ਨੇ NIA ਦੇ ਛਾਪੇ। ਮਤਲਬ ਹੁਣ ਜੇ ਤਾਂ ਉਵੇਂ ਛਾਪਿਆਂ ਵਾਲੀਆਂ ਹੀ ਗੱਲਾਂ ਨੇ, ਲੋਕਾਂ ਦਾ ਧਿਆਨ ਖਿੱਚਣ ਲਈ ਇਹ ਇੱਕ ਨਵੀਂ ਟੀਮ ਛਾਪੇਮਾਰਾਂ ਦੀ ਸ਼ੁਰੂ ਹੋ ਗਈ, ਫਿਰ ਤਾਂ ਇਹ 'ਚੋਂ ਨਿਕਲਣਾ ਕੁਛ ਨਹੀਂ, ਟੋਟਲ ਸਿਆਸਤ ਹੈ। ਹਾਂ, ਇਹਨੂੰ ਲੌਜੀਕਲ ਐਂਡ 'ਤੇ ਜਿਹੜਾ ਹੈ ਇਹਨੂੰ ਲਿਜਾਣਾ ਚਾਹੀਦਾ ਹੈ, ਇੱਕ ਕਨਕਲੂਜਨ ਨਿਕਲਣਾ ਚਾਹੀਦਾ ਹੈ। ਜੇ ਉਹਨਾਂ ਨੇ ਛਾਪੇ ਮਾਰੇ ਨੇ, ਇਹ ਪਹਿਲੀ ਗੱਲ ਤਾਂ ਇਹ ਨਿਕਲਣਾ ਵੀ ਗੈਂਗਸਟਰ ਜਿਹੜੇ ਗੈਂਗ ਇਹ ਪੈਦਾ ਕਿਵੇਂ ਹੁੰਦੇ ਨੇ, ਇਹਨਾਂ ਨੂੰ ਸਥਾਨਕ ਲੈਵਲ 'ਤੇ ਰਾਜਨੀਤਿਕ ਬੰਦੇ ਪੈਟਰਨਾਈਜ਼ ਕਰਦੇ ਨੇ, ਜਾਂ ਨੈਸ਼ਨਲ ਲੈਵਲ 'ਤੇ ਕਰਦੇ ਨੇ, ਜਾਂ ਇੰਟਰਨੈਸ਼ਨਲ ਲੈਵਲ 'ਤੇ ਕਰਦੇ ਨੇ। ਕਿਸ ਤਰ੍ਹਾਂ ਦੇ ਲੋਕਾਂ ਦੀ ਇਹਦੇ 'ਚ ਸ਼ਮੂਲੀਅਤ ਹੈ, ਕਿਸ ਤਰ੍ਹਾਂ ਦੇ ਸਮਗਲਰਾਂ ਦੀ ਇਹਨਾਂ ਦੀ ਸ਼ਮੂਲੀਅਤ ਹੈ, ਕਿਸ ਤਰ੍ਹਾਂ ਦੇ ਅੱਤਵਾਦੀ ਜਥੇਬੰਦੀਆਂ ਨਾਲ ਇਹਨਾਂ ਦੇ ਸੰਬੰਧ ਨੇਗੇ। ਜੇ ਤਾਂ ਇਹ ਸਾਰਾ ਕੁਝ ਕਨਕਲੂਜਨ ਨਿਕਲ ਕੇ ਕੱਢ ਕੇ ਸਾਰਾ ਕੁਝ ਸਾਹਮਣੇ ਪਾਰ ਨਜ਼ਾਰਾ ਕਰਦੇ ਨੇ ਵੀ ਆਹ ਇੱਕ ਗੱਠਜੋੜ ਬਣ ਚੁੱਕਾ ਹੈ 20 ਜਥੇਬੰਦੀਆਂ, 30 ਜਥੇਬੰਦੀਆਂ, 5 ਜਥੇਬੰਦੀਆਂ ਦਾ, ਫਿਰ ਤਾਂ ਕੁਝ ਗੱਲ ਹੈ ਵੀ ਵਾਕਈ NIA ਨੇ ਸਟੱਡੀ ਕੀਤੀ ਹੈ, ਉਹਨਾਂ ਕੋਲ ਕੀ ਇਨਫੋਰਮੇਸ਼ਨ ਹੈ। ਜੇ ਉਹੀ ਸਿਰਫ ਲੋਕਾਂ 'ਚ ਡਰ ਪੈਦਾ ਕਰਨ ਵਾਸਤੇ ਇੱਕ ਛਾਪੇਮਾਰੀ ਕੀਤੀ ਹੈ, ਜਿਵੇਂ ਆਮ ਤੌਰ 'ਤੇ ਪੁਲਿਸ ਛਾਪੇ ਮਾਰਦੀ ਹੁੰਦੀ ਹੈ, ਫਿਰ ਮੈਨੂੰ ਲੱਗਦਾ ਵੀ ਇਹ ਇੱਕ ਖਾਨਾ ਪੂਰਤੀ ਲੱਗੂਗੀ, ਪਰ ਇਹਨੂੰ ਕਿਸੇ ਲੌਜੀਕਲ ਐਂਡ 'ਤੇ ਕਨਕਲੂਜਨ 'ਤੇ ਲਿਜਾਣਾ ਚਾਹੀਦਾ ਹੈ। ਜੀ ਦਵਿੰਦਰ ਜੀ, ਜਦੋਂ ਆਪਾਂ ਗੈਂਗਸਟਰਾਂ ਦੀ ਗੱਲ ਕਰ ਰਹੇ ਹਾਂ ਤਾਂ ਗੈਂਗਸਟਰਾਂ ਨੂੰ ਦੇਖ ਕੇ ਹਰ ਨੌਜਵਾਨ ਦੇ ਦਿਮਾਗ 'ਚ ਇੱਕ ਸਵਾਲ ਜ਼ਰੂਰ ਖੜਾ ਹੁੰਦਾ, ਕਿਉਂਕਿ ਗੈਂਗਸਟਰਾਂ ਨੂੰ ਜਦੋਂ ਵੀ ਅਦਾਲਤ 'ਚ ਪੇਸ਼ੀ 'ਤੇ ਲਿਆਇਆ ਜਾਂਦਾ ਜਾਂ ਕਦੋਂ ਵੀ ਜਦੋਂ ਆਪਾਂ ਦੇਖਦੇ ਹਾਂ ਮੀਡੀਆ ਦੇ ਵਿੱਚ, ਤਾਂ ਗੈਂਗਸਟਰਾਂ ਦੇ ਮਹਿੰਗੇ ਕੱਪੜੇ ਪਾਏ ਹੁੰਦੇ ਆ, ਮਹਿੰਗੇ ਜੁੱਤੇ ਪਾਏ ਹੁੰਦੇ ਆ। ਜਦੋਂ ਦੇਖਦੇ ਹਾਂ ਚਾਹੇ ਹੁਣ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਮਹਿੰਗੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਵੀ ਕਿ ਉਹਨਾਂ ਨੂੰ ਇੰਨਾ ਫਾਈਨੈਂਸ਼ੀਅਲ ਸਿਸਟਮ
ਦੀ ਕੋਈ ਤਾਂ ਚਾਹੇ ਉਹ ਪੋਲੀਟੀਕਲ ਬੰਦਾ ਹੈ ਚਾਹੇ ਬਿਜ਼ਨਸਮੈਨ ਬੰਦਾ, ਕਿੱਥੋਂ ਤਾਂ ਜਿਹੜੀ ਹੈਗੀ ਹੈ ਮਦਦ ਕੀਤੀ ਜਾਂਦੀ ਹੈ ਜਾਂ ਉਹ ਫਰੋਤੀ ਦੇ ਨਾਲ ਵੀ ਜਿਹੜਾ ਹੈਗਾ ਇੱਕ ਆਮਦਨ ਦਾ ਸਰੋਤ ਖੜਾ ਕਰਦੇ ਨੇ। ਇਹ ਸਾਰੇ ਵਰਤਾਰੇ ਨੂੰ ਅੱਜ ਤੱਕ ਕੋਈ ਵੀ ਪੁਲਿਸ ਜਾਂ ਕੇਂਦਰੀ ਸੁਰੱਖਿਆ ਬਲ ਜਿਹੜਾ ਉਹ ਸਾਹਮਣੇ ਲਿਆਉਣ 'ਚ ਕਾਮਯਾਬ ਨਹੀਂ ਹੋ ਸਕੀ। ਇਸ ਨੂੰ ਕਿਵੇਂ ਦੇਖੋ? ਪਿਛਲੇ ਦੌਰ ਦੇ ਵਿੱਚ ਅਸੀਂ ਇਹ ਦੇਖਿਆ ਹੈ, ਪੁਲਿਸ ਆਫੀਸਰ ਦੇ ਨਾਲ ਪੰਜਾਬ ਦੇ ਨਾਲ ਜਿੰਨੀ ਗੱਲ ਹੁੰਦੀ ਸੀ, ਕਿਸੇ ਨੂੰ ਫਰੌਤੀ ਦੀ ਜੇ ਕਾਲ ਆ ਜੇ, ਜ਼ਿਆਦਾਤਰ ਬੰਦੇ ਇਹ ਕਰਦੇ ਸੀ, ਉਹ ਕਹਿੰਦੇ ਵੀ ਪੈਸੇ ਦਿਓ ਤੇ ਜਾਨ ਛਡਾਓ। ਉਹਦਾ ਕਾਰਨ ਹੈ ਵੀ ਸਾਡੇ ਜਿਹੜਾ ਪੁਲਿਸ ਤੰਤਰ ਹੈ ਉਹਦੇ ਤੇ ਲੋਕਾਂ ਨੂੰ ਭਰੋਸਾ ਨਹੀਂ ਰਿਹਾ ਵੀ ਅਸੀਂ ਪੁਲਿਸ ਕੋਲ ਜਾਵਾਂਗੇ ਸਾਡੀ ਜਾਨ ਸੁਰੱਖਿਅਤ ਰਹੂ ਜਾਂ ਨਾ ਰਹੂ। ਉਹਦੇ ਨਾਲ ਤਾਂ ਉਹ ਕਹਿੰਦੇ ਵੀ ਜੇ ਕਿਸੇ ਗੈਂਗਸਟਰ ਨੇ 2 ਲੱਖ ਮੰਗਿਆ 5 ਲੱਖ ਮੰਗਿਆ ਦੇ ਕੇ ਆਪਦੀ ਜਾਨ ਬਚਾ ਲਓ। ਇਸ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨੀ, ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਿਠਾਉਣਾ ਵੀ ਪੁਲਿਸ ਕੋਲ ਅਸੀਂ ਪਹੁੰਚ ਗਏ ਤਾਂ ਅਸੀਂ ਸੁਰੱਖਿਅਤ ਹੈ। ਆਮ ਤੌਰ 'ਤੇ ਸਾਡੇ ਮੁਲਕ ਦੇ ਵਿੱਚ ਤਾਂ ਵਰਤਾਰਾ ਉਲਟਾ ਹੈ ਵੀ ਪੁਲਿਸ ਕੋਲ ਪਹੁੰਚ ਕਰਨਾ ਜ਼ਿਆਦਾਤਰ ਬੰਦਿਆਂ ਲਈ ਪੰਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਪੁਲਿਸ ਕੋਲ ਨਾ ਜਾਇਆ ਜਾਵੇ। ਜੇ ਕਿਸੇ ਬੰਦੇ ਨੂੰ ਤਕਲੀਫ ਵੀ ਹੋਵੇ ਉਹ ਸੋਚਦਾ ਹੈ ਵੀ ਥਾਣੇ 'ਤੇ ਜਾਣ ਤੋਂ ਬਚ ਜਾਂ ਤਾਂ ਚੰਗਾ ਹੈ। ਅਸੀਂ ਜਦੋਂ ਬਾਹਰਲੀ ਗੱਲ ਕਰਦੇ ਹਾਂ, ਬਾਹਰਲੀ ਪੁਲਿਸਾਂ ਨਾਲ ਤੁਲਨਾ ਕਰਦੇ ਹਾਂ, ਚਾਹੇ ਉਹਨਾਂ ਦੀ ਇਨਵੈਸਟੀਗੇਸ਼ਨ ਦੀ ਗੱਲ ਹੋਵੇ ਚਾਹੇ ਲੋਕਾਂ ਦੀ ਪ੍ਰਤੀ ਅਪਰੋਚ ਦੀ ਗੱਲ ਹੋਵੇ, ਉੱਥੇ ਤਾਂ ਪੁਲਿਸ ਨੂੰ ਦੇਖ ਕੇ ਬੰਦੇ ਦੇ ਸਾਹ ਆ ਜਾਂਦਾ ਵੀ ਚਲੋ ਬਚ ਗਏ। ਇੱਥੇ ਪੁਲਿਸ ਨੂੰ ਦੇਖ ਕੇ ਬੰਦੇ ਦੇ ਸਾਹ ਉੱਤੇ ਥੱਲੜਾ ਥੱਲੇ ਰਹਿ ਜਾਂਦਾ ਹੈਗਾ ਵੀ ਮਰ ਗਏ, ਹੁਣ ਪਤਾ ਨਹੀਂ ਬਚਾਂਗੇ ਜਾਂ ਨਹੀਂ ਬਚਾਂਗੇ। ਇਸ ਲਈ ਜਿਹੜਾ ਇਹ ਇਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਮਨ 'ਚ ਵਿੱਚ ਭਾਵਨਾ ਪੈਦਾ ਕਰਨ ਚਾਹੀਦੀ ਵੀ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਹੈ। ਇਸ ਲਈ ਪੁਲਿਸ ਸੁਧਾਰਾਂ ਦਾ ਜਿਹੜਾ ਵਾਰ-ਵਾਰ ਗੱਲ ਉੱਠਦੀ ਹੈ, ਸੁਪਰੀਮ ਕੋਰਟ ਇੰਟਰਵਿਨ ਕਰਦਾ ਹੈ ਵੀ ਡੀਜੀਪੀ ਕਿਸ ਤਰ੍ਹਾਂ ਲਾਉਣਾ, ਯੂਪੀਐਸਸੀ ਦੇ ਪੈਨਲ 'ਚ ਲਾਉਣਾ, ਉਹ ਵੀ ਗੱਲ ਸਿਰੇ ਨਹੀਂ ਚੜ੍ਹਦੀ। ਸਰਕਾਰਾਂ ਆਪਦੀ ਮਰਜ਼ੀ ਨਾਲ ਕਰਦੀਆਂ ਕੀ ਕਰਦੀਆਂ, ਆਪਾਂ ਪਿਛਲੇ ਦੌਰ 'ਚ ਦੇਖਿਆ ਹੈਗਾ। ਇਸ ਲਈ ਪੁਲਿਸ ਸੁਧਾਰਾਂ ਦਾ ਵੀ ਜਿਹੜਾ ਕੰਮ ਹੈ ਨਾ, ਉਹ ਵੀ ਇੱਕ ਖਾਨਾ ਪੂਰਤੀ ਬਣ ਕੇ ਰਹਿ ਜਾਂਦਾ। ਉਹਦੇ ਵੀ ਲਕੂਨੇ ਜਿਹੜੇ ਆ ਉਹ ਸਰਕਾਰਾਂ ਕੱਢ ਲੈਂਦੀਆਂ ਨੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।